ਜਦੋਂ ਬੰਦਾ ਵੇਖੋ ਨਾ ਕੋਈ ਵੀ ਗਲਤੀ ਕਰਦਾ ਨਾ ਉਹਦੇ ਕੋਲ ਦਲੀਲ ਵੀ ਹੁੰਦੀ ਆ। ਸ਼ਰਾਬ ਪੀਣ ਵਾਲੇ ਕੋਲ ਵੀ ਦਲੀਲ, ਮੇਰੇ ਕੋਲ ਵੀ ਹੈ ਸੀ। ਚਰਸ ਪੀਣ ਵਾਲੇ ਕੋਲ ਵੀ ਦਲੀਲ ਸੀ, ਯਾਨੀ ਹਰ ਇੱਕ ਕੋਈ ਦਲੀਲ ਹੈ। ਸਿਗਰਟ ਤੁਸੀਂ ਚਲੋ ਸਾਦਾ ਹੀ ਸਿਗਰਟ ਪੀਂਦੇ ਆ ਨਾ, ਤੁਹਾਡੇ ਕੋਲ ਕੋਈ ਦਲੀਲ ਹੋਣੀ ਆ ਕਿ ਗੈਸ ਹੋ ਜਾਂਦਾ। ਪਾਵਰ ਜਿਹੜੀ ਇਹਨਾਂ ਬਾਦਸ਼ਾਹ ਹੁੰਦੀ ਆ, ਬਾਦਸ਼ਾਹ ਜਿਹੜਾ ਬਾਦਸ਼ਾਹ ਹੁੰਦਾ, ਪਹਿਲੇ ਤੇ ਪਾਵਰ ਬਣਾਉਣੀ ਬਹੁਤ ਜ਼ਰੂਰੀ ਆ। ਪਾਵਰ ਮੰਨੀ ਦੀ ਹੁੰਦੀ ਆ, ਪਾਵਰ ਸਟਰੈਂਥ ਦੀ ਹੁੰਦੀ, ਤੁਹਾਡੀ ਮਸਲਾਂ ਦੀ ਹੁੰਦੀ ਆ, ਪਾਵਰ ਭੈਣਾ ਭਰਾਵਾਂ ਦੀ ਹੁੰਦੀ। ਪਿੱਛੇ ਪਾਵਰ ਬਹੁਤ ਜ਼ਰੂਰੀ ਚੀਜ਼, ਤਾਕਤ ਬਹੁਤ ਜ਼ਰੂਰੀ ਚੀਜ਼। ਅਗਰ ਜਿਹਦੇ ਤਾਕਤ ਨਹੀਂ, ਉਹ ਕਬੱਡੀ ਨਹੀਂ ਖੇਡ ਸਕਦਾ। ਇੱਕ ਕਬੱਡੀ ਦਾ ਪਲੇਅਰ ਤਿਆਰ ਕਰਨ ਲਈ ਪੂਰੇ ਘਰ ਨੂੰ ਕੀ ਸੈਕਰੀਫਾਈਸ ਕਰਨਾ ਪੈਂਦਾ? ਜਿਹੜਾ ਤੇ ਹੀਰੋ ਬਣਨਾ ਕਬੱਡੀ ਦਾ, ਕੋਈ ਵੀ ਹੀਰੋ ਤੁਸੀਂ ਲਾ ਲਓ, ਫਿਲਮੀ ਹੀਰੋ ਲਾ ਲਓ, ਉਹਦੀ ਮਾਂ ਚੁੱਕ ਕੇ ਲੈ ਜਾਂਦੇ। ਵਿਲਨ ਉਹ ਮਾਂ ਛਡਾ ਕੇ ਲਿਆਉਂਦਾ, ਦੀ ਭੈਣ ਚੁੱਕ ਕੇ ਲੈ ਜਾਂਦੇ। ਉਹਨੂੰ ਕੁੱਟ ਪਈ ਜਾਂਦੀ ਹੈ, ਪਈ ਕਿ ਹੀਰੋ ਬਣਨਾ ਜਿਹੜਾ ਇਹ ਬਹੁਤ ਔਖਾ ਕੰਮ ਆ। जिस वक्त मलक बिन यामीन अल्लाह ने इज्जत दे दी थी, पाकिस्तानी टीम चला गया, वर्ल्ड कप खेड रहा सी, इंडिया पाकिस्तान दा मैच है, जे तू अल्लाह ने मलक नूं बहुत ज्यादा इज्जत दी है, की फीलिंग सी तुहाडी उस वक्त? ਉਹ ਤੇ ਇੱਕ ਸੀਨ ਹੀ ਐਸਾ ਕਿ ਹੁਣ ਵੀ ਉਹ ਯਾਦ ਆ ਜਾਏ ਤੇ ਰੋਣਾ ਆ ਜਾਂਦਾ ਯਾਰ। ਇੰਨੇ ਜੋ ਕਿ ਹੈ ਨਹੀਂ ਸੀ, ਅੱਲਾਹ ਤਾਲਾ ਨੇ ਜਿਸ ਮੁਕਾਮ ਤੇ ਪਹੁੰਚਾਇਆ ਰੱਬ ਨੇ। ਟੀਮ ਹਰਨ ਡਈ ਆਪਣੀ ਪਾਕਿਸਤਾਨ ਦੀ, ਬਿਨ ਯਾਮੀਨ ਮਾਸ਼ਾਅੱਲਾ 3 ਕੋਡੀਆਂ ਪਾਇਆ ਤੇ ਬਸ ਫਿਰ ਉਹ ਜਦੋਂ ਪਾਕਿਸਤਾਨ ਜਿੱਤਿਆ ਤੇ ਉਹ ਤੇ ਮੁੱਝਦਾ ਹੀ ਹੋਇਆ। ਇਦਾਂ ਤੇ ਕਦੀ ਹੋਈ ਨਹੀਂ ਕਬੱਡੀ ਵਿੱਚ ਕਿ ਇੱਕ ਟੀਮ ਉੱਤੇ ਜਾਣ ਡਈ ਹੋਵੇ ਨਾ 10 ਪੁਆਇੰਟ ਤੇ ਫਿਰ ਵਾਪਸ ਨਹੀਂ 1 ਪੁਆਇੰਟ ਨਹੀਂ ਵਾਪਸ 2 ਨਹੀਂ ਆਏ ਜਾਂਦਾ। ਤੇ ਬਿਨਯਾਮੀਨ ਮੈਨੂੰ ਕਿਹਾ ਛੱਡ ਨਹੀਂ ਸਕਦਾ ਭਾਈ, ਕੋ ਸਿਗਰਟ ਵੀ ਪਏ ਸੀ ਮੇਰੇ ਕੋਲ ਤੇ ਆਂਦਾ ਚੱਕ ਕਿੰਨੇ ਸਿਗਰਟ ਆ? ਮੈਂ 10 ਹੈ ਵਾ। ਆਂਦਾ ਚੱਲ 10 ਪੀ ਲਾ। ਮੈਂ ਕਿਹਾ 10 ਪੀ ਕੇ ਵੀ ਛੱਡਣਾ ਹੀ ਆ ਤੂੰ ਯਾਰ? ਕਹਿਣ ਡਿਆ ਵੇਖ ਨਾ ਅੱਲਾਹ ਤਾਲਾ ਨੇ ਤੈਨੂੰ ਇੱਜ਼ਤ ਦਿੱਤੀ। ਇਹਨੇ ਮੈਨੂੰ ਕਹੀ ਇਹ ਗੱਲ ਤੇ ਮੈਂ ਉਸ ਦਿਨ ਤੋਂ ਫਿਰ ਛੱਡ ਦਿੱਤਾ। ਉਹ ਹਜੇ ਵੀ ਪਈਆਂ ਸਿਗਰਟਾਂ ਦੀ ਡੱਬੀ ਉੱਤੇ 65 ਰੁਪਏ ਕੀਮਤ ਲਿਖੀ ਆ, ਕੈਪਟਨ ਦੀ ਡੱਬੀ ਆ, 10 ਸਿਗਰਟਾਂ ਉਹਦੇ ਵਿੱਚ ਉਦਾਂ ਪਈਆਂ, ਲੈਟਰ ਪਿਆ, हर चीज पई। अस्सलाम वालेकुम नाज़रीन, मैं हूं आदिल जट। नाज़रीन, इस वक्त मैं फैसलाबाद और जनावाला के दरमियान चक बुड्ढा 102 में मौजूद हूं। नाज़रीन, ये वो जगह है, ये वो फैक्ट्री है जहां से मलक बिन यामीन जैसे कबड्डी के सितारे तैयार होकर पूरे मुल्क का नाम रोशन करते हैं। मेरे साथ अमानुल्लाह मलक साहब मौजूद हैं। मलक बिन यामीन के बड़े भाई भी हैं और उनके उस्ताद भी हैं, और यहाँ पे बहुत सारे दर्जनों प्लेयर इन्होंने कबड्डी के लिए तैयार करके भेज दिए। आज इनसे कबड्डी के बारे में जानते हैं। कबड्डी का प्लेयर तैयार करने के लिए उसके घर वालों को क्या कुर्बानियाँ देनी पड़ती हैं, उसके दोस्तों को, उस शख्स को कितनी कुर्बानियाँ देनी पड़ती हैं, ये सारी बातें जानेंगे। और इसके अलावा जो लोग किसी भी तरह की ड्रग के एडिक्ट हैं, उनके लिए भी ये वीडियो बहुत ज़रूरी है। हमारे साथ रहना है, बहुत सारी बातें आप लोगों के लिए। अस्सलाम वालेकुम। वालेकुम सलाम। और सब तो पहला मैनू ये दसो कि कबड्डी दे लई सब तो ज्यादा जरूरी की है, चाहे वो बंदा रेडर होए, चाहे वो बंदा स्टॉपर होए? ਪਾਵਰ ਜਿਹੜੀ ਇਹਨਾਂ ਬਾਦਸ਼ਾਹ ਹੁੰਦੀ ਆ, ਬਾਦਸ਼ਾਹ ਜਿਹੜਾ ਬਾਦਸ਼ਾਹ ਹੁੰਦਾ, ਗੁਰ ਵਜ਼ੀਰ ਹੁੰਦਾ, ਪਹਿਲੇ ਤੇ ਪਾਵਰ ਬਣਾਉਣੀ ਬਹੁਤ ਜ਼ਰੂਰੀ ਆ। ਪਾਵਰ ਮੰਨੀ ਦੀ ਹੁੰਦੀ ਆ, ਪਾਵਰ ਸਟਰੈਂਥ ਦੀ ਹੁੰਦੀ, ਤੁਹਾਡੀ ਮਸਲਾਂ ਦੀ ਹੁੰਦੀ ਆ, ਯਾਨੀ ਪਾਵਰ ਭੈਣਾ ਭਰਾਵਾਂ ਦੀ ਹੁੰਦੀ। ਪਿੱਛੇ ਪਾਵਰ, ਯਾਨੀ ਪਾਵਰ ਬਹੁਤ ਜ਼ਰੂਰੀ ਚੀਜ਼, ਤਾਕਤ ਬਹੁਤ ਜ਼ਰੂਰੀ ਚੀਜ਼। ताकत होनी जरूरी है। ਜ਼ਰੂਰੀ। अगर जिदे ताकत नहीं, वो कबड्डी नहीं खेल ਸਕਦਾ। ताकत होना जरूरी है, ਬਹੁਤ ਜ਼ਰੂਰੀ। ਉਹਦੇ ਨਾਲ ਗੁਰ ਕਿੰਨਾ ਜ਼ਰੂਰੀ ਹੈ? ਗੁਰ ਵਜ਼ੀਰ ਹੁੰਦਾ ਵਾ। ਗੁਰ ਯਾਨੀ ਬਾਦਸ਼ਾਹ ਹੁੰਦਾ, ਤਾਕਤ ਹੀ ਹੁੰਦੀ। ਕਿਸੇ ਜਗ੍ਹਾ ਤੇ ਤਾਕਤ ਗੁਰ ਵੀ ਪਿੱਛੇ ਛੱਡ ਦਿੰਦੀ। ਬਾਦਸ਼ਾਹ ਤਾਕਤ ਬਾਦਸ਼ਾਹ ਵਾ। ਇੱਕ ਕਬੱਡੀ ਦਾ ਪਲੇਅਰ ਤਿਆਰ ਕਰਨ ਲਈ ਪੂਰੇ ਘਰ ਨੂੰ, ਪੂਰੇ ਟੱਬਰ ਨੂੰ ਕੀ ਸੈਕਰੀਫਾਈਸ ਕਰਨਾ ਪੈਂਦਾ? ਉਹ ਇਹ ਹੀਰੋ ਬਣਨਾ ਹੁੰਦਾ ਨਾ, ਜਿਹੜਾ ਤੇ ਹੀਰੋ ਬਣਨਾ ਕਬੱਡੀ ਦਾ, ਕੋਈ ਵੀ ਹੀਰੋ ਤੁਸੀਂ ਲਾ ਲਓ, ਫਿਲਮੀ ਹੀਰੋ ਲਾ ਲਓ। ਵੇਖੋ ਨਾ ਫਿਲਮੀ ਹੀਰੋ ਆ, ਉਹ ਹੀਰੋ ਬਣਦਾ, ਉਹਦੀ ਮਾਂ ਚੁੱਕ ਕੇ ਲੈ ਜਾਂਦੇ ਹਨਾ। ਵਿਲਨ ਉਹ ਮਾਂ ਛਡਾ ਕੇ ਲਿਆਉਂਦਾ, ਦੀ ਭੈਣ ਚੁੱਕ ਕੇ ਲੈ ਜਾਂਦੇ ਹਨਾ। ਯਾਨੀ ਉਹਨੂੰ ਕੁੱਟ ਪਈ ਜਾਂਦੀ ਹੈ, ਪਈ ਕੀ ਹੱਤੀ ਹੈ ਨਾ। ਹੀਰੋ ਬਣਨਾ ਜਿਹੜਾ ਇਹ ਬਹੁਤ ਔਖਾ ਕੰਮ ਆ। ਤੇ ਸਾਰੇ ਮਾਂ ਭੈਣ ਭਰਾ, ਯਾਨੀ ਚਾਚੇ ਤਾਏ, ਫੈਮਿਲੀ, ਮਹੱਲੇ ਵਾਲੇ, ਪਿੰਡ ਵਾਲੇ ਸਾਰੇ ਰਲ ਕੇ ਉਹਨੂੰ ਸਪੋਰਟ ਕਰਦੇ ਤੋਂ ਹੀਰੋ ਬਣਦਾ। ਯਾਨੀ ਬਹੁਤ ਸਾਰੇ ਲੋਕਾਂ ਦੀ ਜਿਹੜਾ ਤਾਕਤ ਜੁੜਦੀ ਹੈ ਤਾਂ ਹੀਰੋ ਬਣਦਾ। ਐਦਾਂ ਨਹੀਂ ਕੋਈ ਵੀ ਬਣ ਜਾਂਦਾ। ਇੱਕ ਬੱਚਾ ਜਿਹਦਾ ਨਾਮ ਬਿਨ ਯਾਮੀਨ ਸੀ, ਉਹਦੇ ਲਈ ਤੁਸੀਂ ਆਪਣੀ ਪਹਿਲੀ ਚ ਗਰਾਊਂਡ ਕੱਢਿਆ, ਉਸਨੂੰ ਤਾਂ ਟ੍ਰੇਨਿੰਗ ਦਿੱਤੀ। ਲੱਗਦਾ ਸੀ ਕਿ ਉਹ ਇਤਨਾ ਨਾਂ ਰੋਸ਼ਨ ਕਰੇਗਾ, ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰੇਗਾ, ਦੁਨੀਆ ਦੇ ਹਰ ਕੋਨੇ ਜਾ ਕੇ ਖੇਲ ਕੇ ਆਏਗਾ, ਚੱਕ ਬੁੱਢੇ ਦਾ ਨਾਂ ਬੋਲੇਗਾ? ਜੀ ਲੱਗਦਾ ਸੀ ਬਹੁਤ। ਯਾਨੀ ਮੈਨੂੰ ਲਾ ਲੋਗ ਆਪਣੇ ਤੋਂ ਯਾਨੀ ਵੱਧ ਯਕੀਨ ਸੀਗਾ ਉਹਦੇ ਤੇ ਕਿ ਕਰੇਗਾ ਇਨਸ਼ਾਅੱਲਾ। ਲੇਕਿਨ ਜਿਹੜਾ ਅਸੀਂ ਸੁਣਦੇ ਆ ਕਿ ਮਲਕ ਬਿਨ ਯਾਮੀਨ ਸਲੋ ਸੀ ਔਰ ਇਤਨਾ ਤੇਜ਼ ਨਹੀਂ ਸੀ, ਵਾਪਸ ਜਾ ਨਹੀਂ ਸਕਦਾ, ਕੈਂਚੀ ਲੱਗ ਜਾਂਦੀ ਸੀ ਇਸਨੂੰ। ਤੇ ਫਿਰ ਉਸ ਵਕਤ ਕਿਸ ਤਰ੍ਹਾਂ ਬੱਚਾ ਤੁਹਾਨੂੰ ਇਤਨਾ ਪੂਰੀ ਉਮੀਦ ਸੋ ਵੀ ਇਹ ਬੱਚਾ ਜਾਏਗਾ? ਇਹ ਦੇਖੋ ਕੋਈ ਵੀ ਹੈ ਨਾ, ਤੁਸੀਂ ਕੋਈ ਵੀ ਕੰਮ ਤੁਹਾਡਾ ਹੀ ਆ ਲਾ ਲਓ,
ਤੁਹਾਡੇ 'ਚ ਮਿਸਾਲ ਦੇ ਦਿੰਦੇ ਆ ਜਿਹੜਾ ਤੁਸੀਂ ਕੰਮ ਕਰ ਰਹੇ ਆ ਸੋਸ਼ਲ ਮੀਡੀਆ ਦਾ, ਇਹਦੇ 'ਚ ਵੀ ਪਹਿਲੇ ਦਿਨ ਤੇ ਨਹੀਂ ਨਾ ਤੁਸੀਂ ਫਾਲੋਵਰ ਲੈ ਲਏ। ਨਹੀਂ ਇਹਦਾ ਤਾਂ ਨਹੀਂ ਹੈ। ਹਾਂ ਤਾਂ ਹੁਣ ਫਿਰ ਪਹਿਲੇ ਦਿਨ ਨਹੀਂ ਮਿਲੇ ਫਾਲੋਵਰ, ਤੁਸੀਂ ਢੇਰੀ ਢਾਹ ਕੇ ਬਹਿ ਜਾਂਦੇ, ਯਾਨੀ ਹਾਰ ਕੇ ਬਹਿ ਜਾਂਦੇ ਕਿ ਯਾਰ ਇਹ ਤਾਂ ਹੋਣਾ ਹੀ ਨਹੀਂ ਕੰਮ ਆ ਨਾ। ਲੇਕਿਨ ਆਸਤਾ ਆਸਤਾ ਬੰਦਾ ਫਿਰ ਸਲੋ ਤੁੜਕਾ ਕਰਕੇ ਗੁੱਡੀ ਚੜਦੀ ਹੈ। ਐਦਾਂ ਤਾਂ ਨਹੀਂ ਕੋਈ। ਪਹਿਲਾਂ ਨਹੀਂ ਚੜ। ਮੈਨੂੰ ਇੱਕ ਹੋਰ ਗੱਲ ਦੱਸੋ ਵੀ ਜਿਹੜੇ 4 ਲੋਕ ਖੜੇ ਨੇ ਹਾਂਜੀ। ਇੱਕ ਰੇਡਰ ਨੂੰ ਰੋਕਣ ਲਈ, ਉਹਨਾਂ ਦੇ ਅੰਦਰ ਕੀ ਹੋਣਾ ਜ਼ਰੂਰੀ ਹੈ ਔਰ ਰੇਡਰ 'ਚ ਕੀ ਚੀਜ਼ ਜ਼ਰੂਰੀ ਹੈ? ਕਿਉਂਕਿ ਤੁਸੀਂ ਰੇਡਰ ਤਿਆਰ ਕੀਤੇ ਨੇ ਜ਼ਿਆਦਾ, ਤਾਂ ਮੈਨੂੰ ਸੋ ਰੇਡਰ ਕਿਸ ਤਰ੍ਹਾਂ ਉਹਨਾਂ 'ਚ ਵਾਪਸ ਆਉਂਦਾ, ਉਹਨੂੰ ਕੀ ਚਾਹੀਦਾ ਹੁੰਦਾ? ਰੇਡਰ ਜਿਹੜਾ ਹੁੰਦਾ ਨਾ ਉਹਦਾ ਦਿਮਾਗ, ਯਾਨੀ ਉਹਨਾਂ ਦੀਆਂ 4 ਬੰਦੇ ਆ ਨਾ ਤੇ ਉਹਨਾਂ ਦੀਆਂ 8 ਅੱਖਾਂ ਵਾ। ਹਾਂਜੀ। ਰੇਡਰ ਦੀਆਂ 16 ਅੱਖਾਂ ਹੋਣੀਆਂ ਚਾਹੀਦੀਆਂ। 16 ਦਿਮਾਗ ਵੀ ਉਹਨਾਂ ਨਾਲੋਂ ਡਬਲ ਹੋਣਾ ਚਾਹੀਦਾ, ਮਾਈਂਡ ਵੀ ਉਹਨਾਂ ਨਾਲ 4 ਮਾਈਂਡ ਨਾ ਹੋ ਤੇ ਇਹਦੇ 8 ਮਾਈਂਡ ਹੋਣੇ ਚਾਹੀਦੇ ਇਹਦੇ ਵਿੱਚ, ਤਾਂ ਵਾਪਸ ਆਉਂਦਾ। ਹਾਂਜੀ ਇਹ ਤਾਂ ਵਾਪਸ ਆਉਣਾ ਵਾ ਇਹਨੇ। ਕਿਉਂ ਇਹਨੂੰ ਪਤਾ ਲੱਗੇ ਕਿ ਇਹ ਬੰਦਾ ਜਿਹੜਾ ਵਾ, ਯਾਨੀ ਬੁੱਤੀਆਂ ਤੋਂ ਜੋ ਤੁਰੀਦੇ ਆ ਨਾ ਉਦੋਂ ਹੀ ਪਤਾ ਲੱਗ ਜਾਂਦਾ ਵਾ ਰੇਡਰ ਨੂੰ, ਜਿਹੜਾ ਅਕਲਮੰਦ ਰੇਡਰ ਆ ਕਿ 4 ਦੇ ਵਿੱਚੋਂ ਮੈਨੂੰ ਕਿਹਨੇ ਯਕੀਨ ਬਣਾ ਲਿਆ ਕਿ ਇੰਨੇ ਫੜਨਾ ਵਾ। ਅੱਛਾ। ਹਾਂਜੀ ਇਹ ਜਦੋਂ ਬੁੱਤੀਆਂ ਤੋਂ ਤੁਰੀਦਾ ਉਦੋਂ ਹੀ ਪਤਾ ਲੱਗ ਜਾਂਦਾ ਜਿਹੜਾ ਅਕਲਮੰਦ ਰੇਡਰ ਆ। ਕਿਉਂ 4 ਚੋਂ ਇੱਕ ਨੇ ਸਲਾਹ ਕੀਤੀ ਹੁੰਦੀ ਨਾ, ਉਹਨਾਂ ਦੱਸਿਆ ਹੁੰਦਾ ਇੱਕ ਨੂੰ ਕਿ ਮੈਂ ਲੱਗਣਾ ਜੇ ਤੁਸੀਂ ਤਿੰਨਾਂ ਨਹੀਂ ਲੱਗਣਾ। ਠੀਕ ਹੈ। ਤੇ ਉਹ ਪਤਾ ਕਰਨਾ ਉਹ ਅਕਲ ਨਹੀਂ ਹੋਣਾ ਪਤਾ, ਉਹਦੇ ਫੇਸ ਤੋਂ ਇੰਪ੍ਰੈਸ਼ਨ ਤੋਂ, ਯਾਨੀ ਸਟਾਪਰ ਦੇ ਫੇਸ ਤੋਂ ਪਤਾ ਲੱਗਣਾ ਵੀ ਇਹ ਹੁਣ ਕੁਝ ਕਰੇਗਾ। ਹਾਂਜੀ ਵੀ ਇਸ ਬੰਦੇ ਨੇ ਲੱਗਣਾ, ਉਹਦੇ ਫੇਸ ਤੋਂ ਪਤਾ ਲੱਗ ਜਾਂਦਾ, ਉਹਦੀਆਂ ਹਰਕਤਾਂ ਤੋਂ, ਉਹਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਰੇਡਰ ਨੂੰ। ਠੀਕ ਹੈ। ਫਿਰ ਉਸ ਤੋਂ ਬਾਅਦ ਰੇਡਰ ਨੂੰ ਕੀ ਕਰਨਾ ਪੈਂਦਾ? ਫਿਰ ਉਹਨੇ ਟੱਚ ਮਾਰਨਾ ਹੁੰਦਾ ਉਹਨੂੰ ਜਾ ਕੇ, ਉਸੇ ਨੂੰ ਮਾਰਨਾ। ਫਿਰ ਉਸੇ ਨੂੰ ਸਾਹਮਣੇ ਰੱਖਣਾ ਵਾ ਕਿ ਇਹ ਅਗਰ ਆਏਗਾ ਵੀ ਤੇ ਬਾਡੀ ਨੂੰ ਸਾਹਮਣੇ ਰਹੇਗਾ ਨਾ ਤੇ ਉਹਨੂੰ ਬੰਦਾ ਪੁਸ਼ ਕਰ ਸਕਦਾ। ਅਗਰ ਸਾਈਡ ਦੇ ਟੱਚ ਮਾਰਨ ਗਿਆ, ਉਹਨੂੰ ਛੱਡ ਗਿਆ ਨਾ, ਉਹਦੇ ਨੂੰ ਫਿਰ ਤੁਹਾਡੀ ਲੱਤ ਫੜ ਲੈਣੀ ਜਾਂ ਬਗਲ ਪਾ ਲੈਣੀ ਉਹਨੇ ਤੁਹਾਨੂੰ, ਯਾਨੀ ਉਹਨੇ ਦਾ ਆਪਣਾ ਫਿਰ ਲਾ ਲੈਣਾ। ਉਹਦੇ ਦਾ ਤੋਂ ਬਚਣਾ, ਕਿਉਂ ਲੱਗਣਾ ਤੇ ਉਹਨੇ ਆ, ਉਹਨੂੰ ਨਹੀਂ ਪਤਾ ਹੁੰਦਾ ਕਿ ਰੇਡਰ ਨੂੰ ਪਤਾ ਵਾ। ਅੱਛਾ। ਉਹਨੂੰ ਵੀ ਨਹੀਂ ਪਤਾ ਲੱਗਣ ਦੇਣਾ ਕਿ ਰੇਡਰ ਨੂੰ ਪਤਾ ਵਾ ਇਸ ਗੱਲ। ਮੈਂ ਹੀ ਲੱਗਣਾ ਹੈ। ਹਾਂਜੀ ਮੈਂ ਹੀ ਲੱਗਣਾ। ਠੀਕ, ਉਹਨੂੰ ਤੇਰਾ ਰੱਖ ਕੇ ਉਹਨੂੰ ਵੇਟ ਕਰਨਾ, ਉਹਦੀ ਆਮਦ ਕਰਨਾ। ठीक है। मैंने दसो जिस वक्त मलक बिन यामीन अल्लाह ने इज्जत दे रही थी, पाकिस्तानी टीम चला गया, वर्ल्ड कप खेड रहा सी, ਜਿਹੜਾ ਇੰਡੀਆ ਪਾਕਿਸਤਾਨ ਦਾ ਮੈਚ ਹੈ, ਮੋਸਟ ਫੇਮਸ ਮੈਚ ਜੇ ਤੂੰ ਅੱਲਾ ਨੇ ਇਹਨੂੰ ਮਲਕ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ, ਕੀ ਫੀਲਿੰਗ ਸੀ ਤੁਹਾਡੀ ਉਸ ਵਕਤ ਜਿਹੜਾ ਮੈਚ ਜਿੱਤਦਾ ਸੀ, ਜਾਂਦਾ ਸੀ, ਰੇਡ ਲਾ ਕੇ ਵਾਪਸ ਆਉਂਦਾ ਸੀ? ਉਹ ਤੇ ਇੱਕ ਸੀਨ ਹੀ ਐਸਾ ਕਿ ਹੁਣ ਵੀ ਉਹ ਯਾਦ ਆ ਜਾਏ ਤੇ ਰੋਣ ਆ ਜਾਂਦਾ। ਰੋਣ ਆ ਜਾਂਦਾ ਹੈ? ਹਾਂਜੀ। ਲੋਕਾਂ ਦੀ ਖੁਸ਼ੀ ਆ ਜਾਂਦੀ ਹੈ, ਤੁਸੀਂ ਆਦੇ ਰੋਣ ਆ ਜਾਂਦਾ? ਖੁਸ਼ੀ ਨਾਲ ਹੀ ਰੋਣ ਆ ਜਾਂਦਾ ਸਾਨੂੰ ਕਿ ਯਾਰ ਇੰਨੇ ਜੋਗੇ ਹੈ ਨਹੀਂ ਸੀ, ਅੱਲਾਹ ਤਾਲਾ ਨੇ ਜਿਸ ਮੁਕਾਮ ਤੇ ਪਹੁੰਚਾਇਆ ਰੱਬ ਨੇ, ਇੰਨੇ ਜੋਗੇ ਤੇ ਨਹੀਂ ਸੀ ਨਾ। ਯਾਨੀ ਖੁਸ਼ੀ ਕਿਆ? ਹਾਂਜੀ ਖੁਸ਼ੀ ਦੇ। ਤੇ ਉਹ ਵੈਸੇ ਹੁਣ ਤੁਸੀਂ ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋ ਨਾ ਵੀ ਜਿਸ ਵਕਤ ਮਲਕ ਖੇਡ ਰਿਹਾ ਸੀ, ਕਿਉਂਕਿ ਤੁਸੀਂ ਵੀ ਕਬੱਡੀ ਦੇ ਖਿਡਾਰੀ ਸੋ, ਵੱਡੇ ਭਾਈ ਵੀ ਬੈਠਾ ਸੀਗਾ। ਮੈਂ ਉਸ ਦਿਨ ਸਟੇਡੀਅਮ 'ਚ ਸੀ ਤੇ ਯਾਨੀ ਮੈਂ ਅੱਗੇ ਵੀ ਇੰਟਰਵਿਊ 'ਚ ਕਾਫੀ ਦੱਸ ਚੁੱਕਿਆ ਵਾਂ ਕਿ ਮੈਂ ਬਹਿ ਗਿਆ ਥੱਲੇ ਨਾ, ਯਾਨੀ ਖੜੇ ਹੋ ਕੇ ਸਾਰੇ ਵੇਖਣ ਦੇ ਸੀ ਨਾ, ਤੇ ਮੈਂ ਫਿਰ ਵਿੱਚ ਬਹਿ ਹੀ ਗਿਆ ਵੀ, ਯਾਨੀ ਜਦੋਂ ਟੀਮ ਹਾਰਨ ਡਈ ਆਪਣੀ ਪਾਕਿਸਤਾਨ ਦੀ, ਤੇ ਬਿਨ ਯਾਮੀਨ ਨੇ ਪਹਿਲੀ ਕਬੱਡੀ ਪਾਈ ਤੇ ਦੂਸਰੀ ਪਾਈ, ਤੀਸਰੀ ਪਾਈ, ਜੋ 3 ਕਬੱਡੀਆਂ ਨਿਕਲ ਆਇਆ ਨਾ, ਤੇ ਸੁਣਨ ਡਿਆ, ਮੈਨੂੰ ਕਮੈਂਟਰੀ ਕਰਨਾ ਸੀ, ਮੈਂ ਸੁਣਨ ਡਿਆ ਸੀ, ਲੇਕਿਨ ਮੇਰੇ ਕੋਲ ਹੌਸਲਾ ਨਹੀਂ ਸੀ ਮੈਂ ਉੱਠਾਂ ਤਾਂ, ਕਿਉਂ ਬਹੁਤ ਸੋਚਾਂ ਸੀ, ਲੈ ਕੇ ਪਿੰਡੋਂ ਗਏ ਸੀ, ਬੜੀਆਂ ਲੋਕਾਂ ਦੀਆਂ ਗੱਲਾਂ, ਇਲਾਕੇ ਦੀਆਂ ਗੱਲਾਂ ਜਿਹੜੀਆਂ ਸੀ ਨਾ, ਉਹ ਮੈਨੂੰ ਯਾਦ ਆਉਂਦੀਆਂ ਸੀ ਕਿ ਹੁਣ ਪਿੰਡ ਕਿਹੜੇ ਮੂੰਹ ਨਾਲ ਜਾਣਾ ਵਾਪਸ। ਹਾਏ ਹਾਏ। ਤੇ ਹੋਰ ਕੋਈ ਨਹੀਂ ਸੀ ਰੌਲਾ, ਉਹ ਤੇ ਆਪਣੇ ਘਰੋਂ ਖਵਾ ਕੇ ਇਹਨੂੰ ਤਿਆਰ ਕੀਤਾ ਸੀ, ਹੋਰ ਤੇ ਕਿਸੇ ਦੀ ਕੋਈ ਨਹੀਂ, ਸਿਰਫ ਆਹ ਹੀ ਸੀ ਕਿ ਯਾਰ ਉਹਨੇ ਵੀ ਮਿਹਣਾ ਦਿੱਤਾ ਸੀ, ਉਹਨੇ ਵੀ ਦਿੱਤਾ ਸੀ ਕਿ ਇਹ ਕੁਛ ਨਹੀਂ ਹੋ ਸਕਦਾ, ਕੁਛ ਨਹੀਂ, ਇੰਡੀਆ ਕੋ ਨਹੀਂ ਜਿੱਤ ਸਕਦੇ ਜਾਂ ਤੁਸੀਂ ਕੁਛ ਨਹੀਂ ਕਰ ਸਕਦੇ, ਹਨਾ। ਉਹ ਮਿਹਣੇ ਜਿਹੜੇ ਸੀ ਉਹ ਦਿਲ ਤੇ ਨਾ ਵੱਜਦੇ ਸੀ ਬਾਰ-ਬਾਰ, ਤੇ ਫਿਰ ਨਾ ਉਹਦੀ ਵਜ੍ਹਾ ਨਾਲ ਮੈਂ ਯਾਨੀ ਬਹਿ ਗਿਆ ਥੱਲੇ। ਫਿਰ ਜੋ 3 ਕਬੱਡੀਆਂ ਨੇ ਕਲੀਅਰ ਕੀਤੀਆਂ ਨਾ, ਤੇ ਚਾਚੂ ਮੇਰਾ ਜਿਸਨਾਉਲਾ ਸਾਹਿਬ ਉਹ ਨਾਲ ਸੀ, ਉਹਨੇ ਮੈਨੂੰ ਉਠਾ ਲਿਆ, ਉਹਨੇ ਕਿਹਾ ਤਾਂ ਉੱਠ ਵੀ, ਮੈਨੂੰ ਮਾਸ਼ਾਅੱਲਾ 3 ਕਬੱਡੀਆਂ ਪਾਇਆ ਤੇ ਫਿੱਟ ਵਾ ਖੇਡਣ ਡਿਆ, ਤਾਂ ਉੱਠ, ਅੱਲਾ ਖੈਰ ਕਰੇ, ਜਿੱਤ ਜਾਣਾ ਪਾਕਿਸਤਾਨ ਨੇ। ਤੇ ਬਸ ਫਿਰ ਉਹ ਜਦੋਂ ਪਾਕਿਸਤਾਨ ਜਿੱਤਿਆ ਤੇ ਉਹ ਤੇ ਮੁੱਝਦਾ ਹੀ ਹੋਇਆ ਵੀ ਇਦਾਂ ਤੇ ਕਦੀ ਹੋਈ ਨਹੀਂ ਕਬੱਡੀ ਵਿੱਚ ਕਿ ਇੱਕ ਟੀਮ ਉੱਤੇ ਜਾਣ ਡਈ ਹੋਵੇ ਨਾ 10 ਪੁਆਇੰਟ, ਤੇ ਫਿਰ ਵਾਪਸ ਨਹੀਂ 1 ਪੁਆਇੰਟ ਨਹੀਂ ਵਾਪਸ 2 ਨਹੀਂ ਆਏ ਜਾਂਦਾ। ਸਹੀ ਗੱਲ ਹੈ। ਹਾਂਜੀ ਉਹ ਮੁੱਝਦਾ ਹੀ ਹੋਇਆ ਜੀ ਕੋਈ ਅੱਲਾ ਪਾਕ। ਫਿਰ ਵਾਪਸ ਕਿੱਦਾਂ ਆਏ? ਉਹ ਕਹਿੰਦੇ ਤੁਹਾਨੂੰ ਡਰ ਸੀ ਵੀ ਹੁਣ ਗਰਾਂ ਕਿਨ ਜਾਵਾਂਗੇ, ਤੇ ਫਿਰ ਵਾਪਸ ਤੇ ਇੰਨਾ ਰਸ਼ ਕਿ ਪਿੰਡ ਦੇ ਵਿੱਚ ਯਾਨੀ ਕੋਈ ਜਗ੍ਹਾ ਬਾਜ਼ਾਰ ਖਾਲੀ ਨਹੀਂ ਹੈ ਕਿ ਜਿਹੜਾ ਲੋਕ ਤੁਹਾਡੇ ਵਰਗੇ ਦੋਸਤ ਆਪੇ ਢੋਲ ਲੈ ਕੇ, ਆਪੇ ਮਠਿਆਈਆਂ ਲੈ ਕੇ, ਆਪੇ ਯਾਨੀ ਨੱਚੀ ਜਾਂਦੇ ਆ, ਖਵਾਈ ਜਾਂਦੇ, ਖਾਈ ਜਾਂਦੇ, ਯਾਨੀ ਮੇਲਾ ਲੱਗਾ ਸੀ ਪਿੰਡ ਤੇ, ਪਤਾ ਹੀ ਨਹੀਂ ਸੀ। ਅਸੀਂ ਤੇ ਫਿਰ ਲਾਹੌਰ ਰੈਸਟ ਕਰ ਲਈ, ਰਾਤ ਸੀ। ਫਿਰ ਦਿਨੇ ਜਦੋਂ ਨਿਕਲੇ ਅਸੀਂ ਤੇ ਸ਼ੇਖੂਪੁਰ ਤੋਂ ਸ਼ੁਰੂ ਹੋ ਗਿਆ ਇਸਤਕਬਾਲ ਸਾਡਾ। ਵਾਹ ਜੀ ਵਾਹ। ਤੇ ਸ਼ੇਖੂਪੁਰ ਵਾਲਿਆਂ ਪਹਿਲੋਂ ਘੋੜੇ ਨਚਾਏ, ਅੱਲਾ ਨੇ ਉਹ ਸਾਰੇ ਡਰ ਖਤਮ ਕਰ ਗਿਆ ਇਹ ਸਾਰਾ।
ਇੱਜ਼ਤਾਂ ਦਿੱਤੀਆਂ ਰੱਬ ਨੇ। ਤੇ ਸ਼ਿਵਕਪੁਰ ਵਾਲਿਆਂ ਘੋੜੇ ਨਚਾਏ ਡੋਗਰ ਆਪਣੇ ਬੇਲੀ ਉੱਥੇ ਉਹਨਾਂ ਨੇ। ਫਿਰ ਉੱਥੇ ਜਿੰਨੇ ਨਿਊਜ਼ ਵਾਲੇ ਸੀ ਉਹਨਾਂ ਨੇ ਦਵਾ ਦਾ ਇੰਟਰਵਿਊ ਲੈਣ ਡਾ ਪਏ। ਫਿਰ ਇੱਦਾਂ ਹੌਲੀ ਹੌਲੀ ਕਰਦਿਆਂ ਅੱਗੇ ਆਉਂਦੇ ਆ। ਯਾਨੀ ਜਦੋਂ ਅਸੀਂ ਖੁੜਿਆਂ ਵਾਲੇ ਐਡਾ ਵੱਡਾ ਕਾਫਲਾ ਹੋ ਗਿਆ ਸੀ ਕਿ ਖੁੜਿਆਂ ਵਾਲੇ ਦੇ ਸਾਰੇ ਰੋਡ ਸਾਡੇ ਸ਼ਹਿਰ ਦੇ ਜਿੰਨੇ ਆ ਨਾ, ਵੇਖਿਆ ਜੇ ਤੁਸੀਂ ਚੌਕ, ਬਿਲਕੁਲ ਉਹ ਚੌਵੇਂ ਯਾਨੀ ਬੰਦ ਹੋ ਗਏ ਸੀ, ਬਿਲਕੁਲ ਬੰਦ ਹੋ ਗਏ ਸੀ। ਜੈਮ ਪੈਕ ਲੋਕਾਂ ਨੂੰ ਪਤਾ ਲੱਗਾ ਘੁੰਮਣਾ ਚੁੱਕਾ ਬਿਲਕੁਲ। ਤੇ ਬੜੀ ਖੁਸ਼ੀ ਹੋਈ ਅੱਲਾਹ ਪਾਕ ਨੇ। ਅੱਜ ਜਿਹੜਾ ਸਪੀਕਰਾਂ ਉੱਤੇ ਨਾਂ ਲਿਆ ਜਾਂਦਾ ਹੈ ਬਿਨਯਾਮੀਨ ਅਮਾਨ ਉੱਲੇ ਦਾ ਭਰਾ, ਉਹ ਕੈਸੀ ਫੀਲਿੰਗ ਹੈ? ਉਹ ਇਦਾਂ ਦੀ ਫੀਲਿੰਗ ਆ ਕਿ ਬਾਰ-ਬਾਰ ਸੁਣੀ ਦੀ ਉਹ ਗੱਲ, ਬਾਰ-ਬਾਰ ਸੁਣੀ ਦੀ ਆ ਕਿ ਯਾਰ ਫਿਰ ਸੋਚ ਵੀ ਹੁੰਦੀ ਕਿ ਕੀ ਸਾਹੀਂ ਅੱਲਾਹ ਪਾਕ ਨੇ ਕਿ ਇਸ ਮਕਾਮ ਤੇ ਰੱਬ ਲੈ ਗਿਆ। ਤੁਹਾਡੇ ਬਾਰੇ 'ਚ ਮੈਂ ਸੁਣ ਰੱਖਿਆ ਹੈ ਤੁਸੀਂ ਸ਼ਰਾਬ ਸ਼ਰੂਬ ਵੀ ਪੀਂਦੇ ਸੀ, ਨਸ਼ੇ ਤਮਾਸ਼ੇ ਵੀ ਕਰਦੇ ਸੀ, ਇਹ ਗੱਲ ਸੱਚ ਹੈ ਜਾਂ ਝੂਠ ਹੈ? ਇਹ ਸਾਰੇ ਆਮ ਹੀ ਪੰਜਾਬੀ ਕਰ ਲੈਂਦੇ ਸੀ, ਕਰਦੇ ਆ ਆਮ ਹੀ ਕਰਦੇ, ਹਲੇ ਵੀ ਕਰਦੇ, ਲੇਕਿਨ ਚਾਹੀਦਾ ਨਹੀਂ ਇਹ ਕਰਨਾ ਕੰਮ। ਤੇ ਤੁਸੀਂ ਵੀ ਕਰ ਲਈਦੇ ਸੀ, ਕਰ ਲਈਦੇ ਸੀ। ਕਿਸ ਤਰ੍ਹਾਂ ਛੱਡੇ? ਬਸ ਫਿਰ ਇਦਾਂ ਹੀ ਇੱਕ ਦਿਨ ਬੈਠੇ ਆ ਤੇ ਬਿਨਯਾਮੀਨ ਮੈਨੂੰ ਕਿਹਾ ਭਾਈ ਨੇ ਕਿ ਇਹ ਮਸਲਨ ਤੂੰ ਛੱਡ ਨਹੀਂ ਸਕਦਾ ਭਾਈ। ਮੈਂ ਕਿਹਾ ਛੱਡ ਸਕਦੇ, ਕਿਉਂ ਨਹੀਂ ਛੱਡ ਸਕਦੇ। ਬਸ ਉਸ ਦਿਨ ਤੋਂ ਫਿਰ ਕੁਛ ਸਿਗਰਟ ਵੀ ਪਏ ਸੀ ਮੇਰੇ ਕੋਲ ਤੇ ਆਂਦਾ ਚੱਕ ਕਿੰਨੇ ਸਿਗਰਟ ਆ? ਮੈਂ 10 ਹੈ ਵਾ। ਆਂਦਾ ਚੱਲ 10 ਪੀ ਲਾ। ਮੈਂ ਕਿਹਾ 10 ਪੀ ਕੇ ਵੀ ਛੱਡਣਾ ਹੀ ਆ। ਤੇ ਤੂੰ ਯਾਰ ਕਹਿਣ ਡਿਆ ਵੇਖ ਨਾ ਅੱਲਾਹ ਤਾਲਾ ਨੇ ਤੈਨੂੰ ਇੱਜ਼ਤ ਦਿੱਤੀ। ਅਸੀਂ ਤੇ ਯਾਨੀ ਸ਼ੁਰੂ ਤੋਂ ਇਹਨੂੰ ਸਟਾਰ ਸਮਝਿਆ, ਮੈਂ ਤੇ ਛੋਟੇ ਹੁੰਦੇ ਤੋਂ ਹੀ। ਤੁਸੀਂ ਕਹਿੰਦੇ ਵੀ ਹੁੰਦੇ ਹੋ ਜਦ ਤੁਸੀਂ ਖੁਦ ਨੂੰ ਸਮਝਣ ਲੱਗੇ ਸਟਾਰ ਬਣੇਗਾ? ਬਿਲਕੁਲ ਨਹੀਂ ਬਣੇਗਾ। ਤੇ ਉਹ ਫਿਰ ਇਹਨੇ ਮੈਨੂੰ ਕਹੀ ਇਹ ਗੱਲ ਤੇ ਮੈਂ ਉਸ ਦਿਨ ਤੋਂ ਫਿਰ ਛੱਡ ਦਿੱਤਾ। ਉਹ ਹਜੇ ਵੀ ਪਈਆਂ ਸਿਗਰਟਾਂ ਦੀ ਡੱਬੀ ਉੱਤੇ 65 ਰੁਪਏ ਕੀਮਤ ਲਿਖੀ ਆ, ਕੈਪਟਨ ਦੀ ਡੱਬੀ ਆ, 10 ਸਿਗਰਟਾਂ ਉਹਦੇ ਵਿੱਚ ਉਦਾਂ ਹੀ ਪਈਆਂ, ਲੈਟਰ ਪਿਆ, ਹਰ ਚੀਜ਼ ਪਈ। ਮੈਂ ਸੁਣਿਆ ਥਾਣਿਆਂ 'ਚ ਵੀ ਤੁਸੀਂ ਲਾ ਲੈਂਦੇ ਸੀ, ਗਰਾਊਂਡਾਂ 'ਚ ਵੀ ਲਾ ਲੈਂਦੇ, ਜਿੱਥੇ ਬੈਠੇ ਉਹ ਹੈ ਹੀ ਨਹੀਂ ਸੀ, ਇਹਦਾ ਲੱਗਦਾ ਹੀ ਨਹੀਂ ਸੀ ਮੈਨੂੰ ਕਿ ਨਸ਼ਾ ਵਾ। ਅੱਛਾ, ਜਦੋਂ ਬੰਦਾ ਵੇਖੋ ਨਾ ਕੋਈ ਵੀ ਗਲਤੀ ਕਰਦਾ ਨਾ ਉਹਦੇ ਕੋਲ ਦਲੀਲ ਵੀ ਹੁੰਦੀ ਆ। ਅੱਛਾ, ਤੁਹਾਨੂੰ ਲੱਗਦਾ ਹੀ ਨਹੀਂ? ਸ਼ਰਾਬ ਪੀਣ ਵਾਲੇ ਕੋਲ ਵੀ ਦਲੀਲ ਮੇਰੇ ਕੋਲ ਵੀ ਹੈ ਸੀ, ਹਨਾ। ਚਰਸ ਪੀਣ ਵਾਲੇ ਕੋਲ ਵੀ ਦਲੀਲ ਸੀ, ਯਾਨੀ ਹਰ ਇੱਕ ਕੋਈ ਦਲੀਲ ਹੈ। ਸਿਗਰਟ ਤੁਸੀਂ ਚਲੋ ਸਾਦਾ ਹੀ ਸਿਗਰਟ ਪੀਂਦੇ ਆ ਨਾ, ਤੁਹਾਡੇ ਕੋਲ ਕੋਈ ਦਲੀਲ ਹੋਣੀ ਆ ਕਿ ਗੈਸ ਹੋ ਜਾਂਦਾ, ਹਨਾ। ਸਾਦਾ ਸਿਗਰਟ ਵਾਲਿਆਂ ਕੋਲ ਦਲੀਲ ਆ ਗੈਸ ਹੋ ਜਾਂਦਾ। ਤੇ ਇਦਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਵੀ ਅੱਜ ਪਤਾ ਲੱਗ ਗਿਆ। ਉਹ ਕਹਿੰਦਾ ਤੁਮ ਪਰਦਾ ਉਠਾਓ, ਕਿਸੇ को दोबारा भी उठाया जाएगा। ਸਾਡਾ ਲਾਲ ਹੀ ਚੁੱਕਿਆ ਗਿਆ। ਤੇ ਹਰ ਇੱਕ ਕੋ ਦਲੀਲ ਤੇ ਹੈ ਨਾ, ਹਰ ਇੱਕ ਦਲੀਲ ਤੇ ਹੈ। ਦਲੀਲ ਤੋਂ ਬਗੈਰ ਕੋਈ ਬੰਦਾ, ਲੇਕਿਨ ਗਲਤ ਦਲੀਲਾਂ ਜਿਹੜੀਆਂ ਹੁੰਦੀਆਂ ਨਾ ਇਹ ਵਿੱਚੋਂ ਨਿਕਲਦੀਆਂ, ਇਨਸਾਨ ਆਪੇ ਪੈਦਾ ਕਰ ਲੈਂਦਾ। ਮੈਂ ਨਾ ਤੁਹਾਨੂੰ ਦੱਸਦਾ ਇੱਕ ਵੀਡੀਓ ਮੈਂ ਨਾਲ ਲੱਗਾ ਬਣਾਉਣ। ਇੱਕ ਵਾਰੀ ਤਸਵੀਰ, ਇੱਕ ਨਿਕਾਹ ਹੋਣ ਡਿਆ ਸੀ, ਤਕਰੀਬਨ ਲਾ ਲਓ ਤੁਸੀਂ ਉਹ ਸਨ ਲਾ ਲਓ ਤੁਸੀਂ ਕਿ 93-94 ਦੀ ਗੱਲ ਹੋਣੀ ਆ। ਮੈਂ ਨਾ ਤਸਵੀਰ ਖਿੱਚਣ ਲੱਗਾ ਤੇ ਇੱਕ ਮੌਲਵੀ ਸਾਹਿਬ ਨਿਕਾਹ ਪੜਾਉਣ ਡੇ, ਉਹਨੇ ਰਜਿਸਟਰ ਚੁੱਕ ਕੇ ਨਾ ਉਹ ਆਪਣੇ ਮੂੰਹ ਅੱਗੇ ਕਰ ਲਿਆ। ਉਹਨੇ ਕਿਹਾ ਬੱਚਿਆ ਇਹ ਹਰਾਮ ਆ। ਅੱਛਾ, ਤੇ ਹੁਣ ਉਹ ਮੌਲਵੀ ਦਲੀਲ ਨਾਲ ਹੀ ਵੀਡੀਓ ਬਣਵਾਈ ਜਾਂਦੇ ਸਾਰੇ। ਇਹਦੇ ਤਾਂ ਨਾ ਅਸੀਂ ਕੁਝ ਕਹਿ ਭਾਈ, ਇਹਦੇ ਰਾਜੀ ਦਾ ਕੁਝ ਕਹਤੇ ਨਹੀਂ ਇੱਕ ਮੈਂ ਗੱਲ ਕਰਨਾ, ਹਰ ਇੱਕ ਉਹ ਦਲੀਲ ਹੈਗੀ ਆ, 100% ਹੈ। ਹਾਂ, ਕੱਢ ਲੈਣੀ ਹੈ ਇਹਨਾਂ ਨੇ ਕਿਤੇ ਨਾ ਕਿਤੇ ਨਾ, ਕੱਢ ਲੈਣੀ ਆ ਕੰਮ ਚਲਾਉਣ ਲਈ। ਤੁਸੀਂ ਆਖਰੀ ਸਾਡਾ ਤੁਹਾਡੇ ਨਾਲ ਇਲਤਮਾਸ ਹੈ ਕਿ ਜਿਹੜੇ ਬੱਚੇ ਇਸ ਵਕਤ ਕੋਡੀ ਖੇਡਣਾ ਚਾਹ ਰਹੇ ਨੇ ਔਰ ਖੇਡਣੇ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕੋਡੀ ਕਰਦੇ ਨੇ ਪਏ, ਉਹਨਾਂ ਲਈ ਤੁਸੀਂ ਮੈਸੇਜ ਰਿਕਾਰਡ ਕਰਾਓ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਨਾਮ ਹੀ ਇੱਕ ਮਲਕ ਬਿਨਯਾਮੀਨ ਜੈਸਾ ਬੋਲੇ। ਪਹਿਲੇ ਤੇ ਸਭ ਤੋਂ ਫਸਟ ਜਿਹੜਾ ਉਹ ਤਾਬੇਦਾਰੀ ਆ। ਠੀਕ ਹੈ, ਉਹ ਵੱਡੇ ਵੀ ਪਤਾ ਹੋਵੇ ਕਿਆ ਵੱਡਾ ਵਾ ਛੋਟਾ ਵਾ, ਮੇਰਾ ਮਾਂ ਵਾ, ਬਾਪ ਆ, ਚਾਚਾ ਤਾਇਆ, ਮਹੱਲੇਦਾਰਾਂ ਦੀ ਯਾਨੀ ਤਾਬੇਦਾਰ ਹੋਣਾ ਚਾਹੀਦਾ ਕਿ ਮਹੱਲੇਦਾਰ ਉਹਦੇ ਪਿਓ ਨੂੰ ਕਹਿਣਗੇ ਯਾਰ ਤੇਰੀ ਔਲਾਦ ਬਹੁਤ ਚੰਗੀ, ਉਸ ਬੱਚੇ ਤੇ ਉਮੀਦ ਰੱਖਣੀ ਚਾਹੀਦੀ ਹੈ। ਫਿਰ ਦੂਸਰਾ ਖਾਣ ਪੀਣ ਦਾ, ਉਹਦਾ ਡਾਈਟ ਦਾ ਯਾਨੀ ਬਿਹਤਰੀਨ ਖਿਆਲ ਹੋਣਾ ਚਾਹੀਦਾ। ਹਲਾਲ ਹਰਾਮ ਦਾ ਉਹਨੂੰ ਪਤਾ ਹੋਣਾ ਚਾਹੀਦਾ, ਆਹ ਚੀਜ਼ ਹਲਾਲ ਆ ਹਰਾਮ ਆ, ਸਹੀ ਆ। ਤੇ ਨੇਕੀ ਬਦੀ ਦਾ ਪਤਾ ਹੋਣਾ ਚਾਹੀਦਾ ਕਿ ਆਹ ਨੇਕੀ ਕੰਮ ਕੀਤਿਆਂ ਨੇਕੀ ਆ, ਆਹ ਕੰਮ ਕੀਤਿਆਂ ਬਦੀ ਆ। ਬਸ ਉਹ ਕਾਮਯਾਬ ਇਨਸਾਨ, ਉਹ ਕਬੱਡੀ ਦਾ ਪਲੇਅਰ ਬਣ ਜਾਏਗਾ ਇਨਸ਼ਾਅੱਲਾ। ਸਿੱਖੇ ਕਿਤੇ ਕੋਲ ਇਸ ਟਾਈਮ ਮੌਕਾ ਨਹੀਂ ਹੈ, ਤੁਸਾਂ ਕੋ ਸਿੱਖਣਾ ਚਾਹੁੰਦੇ, ਤੁਸਾਂ ਕੋ ਵਕਤ ਨਹੀਂ ਹੈ? ਨਹੀਂ ਹੈ ਮੇਰੇ ਕੋਲ ਵਕਤ, ਕਿਉਂ ਨਹੀਂ, ਮੈਂ ਦੇਣੇ ਆ। ਜੇਲਮ ਦਾ ਬੱਚਾ ਵਾ, ਉਹ ਇੱਥੇ ਆ ਕੇ ਕਿਨ ਸਿੱਖੇਗਾ? ਤੁਸਾਂ 6 ਲੜਕੇ ਰੱਖੇ ਨੇ, ਤੁਸੀਂ ਬੁੱਕ ਨਹੀਂ ਆਉਂਦੇ ਆ, ਬੜੇ ਆਉਂਦੇ ਆ, ਲੇਕਿਨ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਗੀ। ਇਹ ਤਕਲੀਫ ਤੋਂ ਬਗੈਰ ਤੇ ਹੀਰੋ ਅੱਗੇ ਵੀ ਕਿਹਾ ਬਣਿਆ ਕੋਈ ਨਹੀਂ। ਬਾਡੀ ਨੂੰ ਵੀ ਤਕਲੀਫ ਦੇਣੀ ਪੈਣੀ 8 ਘੰਟੇ। 8 ਘੰਟੇ ਕਿੱਦਾਂ ਤੋਂ ਬਾਡੀ ਨੂੰ ਤਕਲੀਫ ਦੇ ਲੋਗੇ ਤੁਸੀਂ? ਨਹੀਂ ਤਾਂ ਜਿਹੜਾ ਕੋਈ ਬੱਚਾ ਲੱਗ ਜਾਏ ਵੀ ਇਹ ਕੁਝ ਬਣ ਜਾਊਗਾ, ਉਹਨੂੰ ਰੱਖ ਲੈਂਦਾ। ਉਹਨੂੰ ਰੱਖ ਲਈਦਾ ਸੀ। ਰਹਿਣ ਨਹੀਂ ਡੇ 4-4 ਸਾਲ ਤੋਂ ਮੁੰਡੇ ਰਹਿਣ ਨਹੀਂ ਡਿਆ। ਰਜ਼ਾਕ ਮੀਆਂ ਮੁੰਡਾ ਲਾਹੌਰ ਦਾ, ਇਹ 4 ਸਾਲ ਹੋ ਗਏ ਇਹਨੂੰ ਮੇਰੇ ਕੋਲ ਰਹਿਣ ਡਿਆ। ਇੱਥੇ ਬਣ ਜਾਏਗਾ ਕੁਝ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਯਾਨੀ ਕਿ ਇਹ ਫੈਕਟਰੀ ਚੱਲ ਰਹੀ ਹੈ, ਇਹਦੇ ਚੋਂ ਮਲਕ ਜੈਸੇ ਸਿਤਾਰੇ ਨਿਕਲਦੇ ਰਹਿਣ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ। ਤੁਹਾਡੇ ਬਾਅਦ ਇਹਨੂੰ ਕੌਣ ਦੇਖੂਗਾ?
ਮੇਰੇ ਬਾਅਦ ਬਿਨਿਆਮੀਨ ਆ, ਬਿਨਿਆਮੀਨ ਤੋਂ ਬਾਅਦ ਯਾਨੀ ਬਿਨਿਆਮੀਨ ਤੇ ਹੈ ਅਲਹਮਦੁਲਿਲਾ, ਯਾਨੀ ਬਿਨਿਆਮੀਨ ਤੇ ਹੈ ਹੀ ਆ ਸਾਰਿਆਂ ਨੂੰ ਵੇਖਣ ਲਈ। ਨਹੀਂ ਮਲਕ ਸਾਹਿਬ ਤਾਂ ਗਏ ਹੁੰਦੇ ਨੇ। ਹਾਂ, ਮੈਂ ਜਾਂਦਾ ਹੀ ਨਹੀਂ ਕਿਤੇ ਵੀ, ਅੱਛਾ ਕਿਤੇ ਵੀ ਨਹੀਂ ਜਾਂਦਾ, ਮੈਂ ਕਿਤੇ ਵੀ ਨਹੀਂ ਜਾਂਦਾ। ਮੈਂ ਇਹਨਾਂ ਲਈ 24 ਘੰਟੇ, ਮੈਨੂੰ ਕਿਹੜਾ ਕੰਮ ਕੋਈ ਹੋਰ, ਇੱਥੇ ਹੀ ਰਹਿਣਾ ਹੈ। ਇੱਥੇ ਰਹਿਣਾ, ਕਬੱਡੀ ਦਾ ਹੀ ਕੰਮ ਆ ਬਸ ਇਹੀ। ਤੇ ਨਿਜ਼ਾਮੇ ਜ਼ਿੰਦਗੀ ਕਿੰਨ ਚੱਲਦਾ ਹੈ? ਅੱਲਾ ਚਲਾਉਣ ਡਿਆ ਨਿਜ਼ਾਮੇ ਜ਼ਿੰਦਗੀ। ਅਗਲਾ ਦੇ ਸਾਰਿਆਂ ਨਾਲ ਚਲਾਉਣ ਲਿਆ। ਅਰਨਿੰਗ ਆਫ ਸੋਰਸ ਆਫ ਅਰਨਿੰਗ ਕੀ ਹੈ? ਅਰਨਿੰਗ ਇਹੀ ਆ, ਬਿਨਿਆਮੀਨ ਹੀ ਆ। ਬਿਨਿਆਮੀਨ ਅਰਨਿੰਗ। ਹਾਂਜੀ, ਬਿਨਿਆਮੀਨ ਹੀ ਅਰਨਿੰਗ। ਠੀਕ ਹੋ ਗਿਆ, ਯਾਨੀ ਤੁਸੀਂ ਵੀ ਤੁਹਾਡੀ ਡਿਊਟੀ ਗਰਾਊਂਡ ਹੈ, ਹਾਂਜੀ, ਮੇਰੀ ਗਰਾਊਂਡ ਹੀ ਆ। ਤੁਸੀਂ ਨਹੀਂ ਜਾਣਾ? ਨਹੀਂ, ਮੈਨੂੰ ਘਰ ਦਾ ਨਹੀਂ, ਕੋਈ ਬਿੱਲ ਦਾ ਨਹੀਂ, ਕੋਈ ਮਸਲਨ ਫੀਸ ਦਾ ਨਹੀਂ, ਕੋਈ ਮੈਨੂੰ ਨਹੀਂ ਕਦੀ ਕਿਸੇ ਨੇ ਵੀ ਪੁੱਛਿਆ ਘਰ 'ਚ ਵੀ ਆਹ ਚੀਜ਼ ਮੁੱਕੀ ਆ ਜਾਂ ਲਿਆਉਣ ਵਾਲੀ ਜਾਂ ਰਾਸ਼ਨ ਮੁੱਕਾ ਜਾਂ ਕੋਈ ਸ਼ਾਇਦ ਨਹੀਂ, ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਤੁਹਾਡੇ ਗਰਾਊਂਡ ਦਾ ਪਤਾ? ਮੈਨੂੰ ਗਰਾਊਂਡ ਦਾ ਪਤਾ ਬਸ। ਉਹਦੇ ਵਿੱਚ ਕੀ ਹੋਣਾ ਹੈ? ਹਾਂਜੀ, ਉਹ ਸਾਰਾ ਯਾਨੀ ਫਿਕਸ ਹੋ ਗਿਆ, ਤੁਸੀਂ ਵਕਫ ਕਰ ਦਿੱਤੀ। ਬਿਲਕੁਲ ਬਿਲकुल। ਚਲੋ ਅੱਲਾਹ ਤਾਲਾ ਤੁਹਾਨੂੰ ਬਹੁਤ ਸਾਰੀਆਂ ਇੱਜ਼ਤਾਂ ਦੇ। ਨਾਜ਼ਰੀਨ, ਅਗਰ ਤੁਸੀਂ ਕਬੱਡੀ ਸਿੱਖਣਾ ਚਾਹੁੰਦੇ ਹੋ, ਭਾਈ ਇਮਾਨ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਮੈਂਸ਼ਨ ਕਰ ਰਿਹਾ, ਤੁਸੀਂ ਇਹਨਾਂ ਨਾਲ ਰਾਬਤਾ ਕਰੋ। ਔਰ ਅਗਰ ਤੁਹਾਡੇ ਟੈਲੈਂਟ ਹੈ ਤੇ ਤੁਹਾਨੂੰ ਸਿਖਾਉਣ ਲਈ ਤਿਆਰ ਹੋ।